Dear students, today we will learn fourth chapter ਦੋਸਤੀ। ਸ਼੍ਰੀ ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਜੱਗ ਵਿੱਚ ਬੜੀ ਪ੍ਰਸਿੱਧ ਹੈ। ਦੋਸਤੀ ਮਤਲਬ ਮਿੱਤਰਤਾ, ਜੱਗ ਵਿੱਚ ਪੂਰੀ ਦੁਨੀਆ ਵਿੱਚ, ਪ੍ਰਸਿੱਧ ਮਤਲਬ ਮਸ਼ਹੂਰ। ਸ਼੍ਰੀ ਕ੍ਰਿਸ਼ਨ ਅਤੇ ਸੁਦਾਮੇ ਦੀ ਮਿੱਤਰਤਾ ਪੂਰੀ ਦੁਨੀਆ ਵਿੱਚ ਬੜੀ ਮਸ਼ਹੂਰ ਹੈ। ਦੋਵੇਂ ਬਚਪਨ ਵਿੱਚ ਇਕੱਠੇ ਪੜ੍ਹਦੇ ਸਨ। ਸ਼੍ਰੀ ਕ੍ਰਿਸ਼ਨ ਜੀ ਵੱਡੇ ਹੋ ਕੇ ਰਾਜਾ ਬਣ ਗਏ, ਪਰ ਸੁਦਾਮਾ ਗਰੀਬ ਹੀ ਰਿਹਾ। ਗਰੀਬੀ ਕਾਰਨ ਉਸਦਾ ਪਰਿਵਾਰ ਬਹੁਤ ਹੀ ਦੁਖੀ ਸੀ। ਉਸਦੇ ਬੱਚੇ ਭੁੱਖੇ ਮਰ ਰਹੇ ਸਨ। ਇੱਕ ਦਿਨ ਸੁਦਾਮੇ ਦੀ ਪਤਨੀ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਤੁਹਾਡੇ ਬਚਪਨ ਦੇ ਦੋਸਤ ਹਨ, ਤੁਹਾਨੂੰ ਉਹਨਾਂ ਕੋਲ ਸਹਾਇਤਾ ਲਈ ਜਾਣਾ ਚਾਹੀਦਾ ਹੈ। ਸੁਦਾਮਾ ਆਪਣੀ ਪਤਨੀ ਦੀ ਗੱਲ ਸੁਣ ਕੇ ਪਹਿਲਾਂ ਤਾਂ ਤਿਆਰ ਨਹੀਂ ਹੁੰਦਾ, ਪਰ ਜਦੋਂ ਉਹ ਆਪਣੇ ਭੁੱਖੇ ਮਰਦੇ ਬੱਚਿਆਂ ਵੱਲ ਦੇਖਦਾ ਹੈ ਤਾਂ ਉਹ ਤਿਆਰ ਹੋ ਜਾਂਦਾ ਹੈ। ਰਸਤੇ ਵਿੱਚ ਸੁਦਾਮਾ ਜਦੋਂ ਤੁਰਿਆ ਜਾਂਦਾ ਹੈ, ਉਹ ਸੋਚਦਾ ਹੈ ਕਿ ਉਹ ਆਪਣੇ ਬਚਪਨ ਦੇ ਦੋਸਤ ਕੋਲੋਂ ਸਹਾਇਤਾ ਕਿਵੇਂ ਮੰਗੇਗਾ। ਕੀ ਉਹ ਉਸ ਨੂੰ ਪਛਾਣੇਗਾ ਵੀ ਕਿ ਨਹੀਂ। ਆਖਿਰਕਾਰ ਸੁਦਾਮਾ ਸ਼੍ਰੀ ਕ੍ਰਿਸ਼ਨ ਦੇ ਮਹੱਲਾਂ ਦੇ ਬਾਹਰ ਪਹੁੰਚ ਜਾਂਦਾ ਹੈ। ਮਹਿਲ ਦੇ ਬਾਹਰ ਪਹਿਰੇਦਾਰ ਪਹਿਰਾ ਦੇ ਰਹੇ ਸਨ। ਪਹਿਰੇਦਾਰ ਨੇ ਸੁਦਾਮੇ ਨੂੰ ਉੱਚੀ ਸਾਰੀ ਕਿਹਾ, ਤੂੰ ਇੱਧਰ ਕੀ ਵੇਖ ਰਿਹਾ ਹੈ। ਪਹਿਰੇਦਾਰ ਨੇ ਉੱਚੀ ਆਵਾਜ਼ ਵਿੱਚ ਕਿਹਾ, ਤੂੰ ਇੱਥੇ ਕੀ ਵੇਖ ਰਿਹਾ ਹੈ। ਸ਼੍ਰੀ ਕ੍ਰਿਸ਼ਨ ਜੀ ਮੇਰੇ ਬਚਪਨ ਦੇ ਯਾਰ ਹਨ, ਦੋਸਤ ਹਨ, ਮੈਂ ਉਹਨਾਂ ਨੂੰ ਮਿਲਣ ਲਈ ਆਇਆ ਹਾਂ, ਸੁਦਾਮੇ ਨੇ ਜਵਾਬ ਦਿੱਤਾ। ਸੁਦਾਮੇ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਮੇਰੇ ਬਚਪਨ ਦੇ ਦੋਸਤ ਹਨ, ਮੈਂ ਉਹਨਾਂ ਨੂੰ ਮਿਲਣ ਲਈ ਆਇਆ ਹਾਂ। ਸੁਦਾਮੇ ਦੀ ਗੱਲ ਸੁਣ ਕੇ ਪਹਿਰੇਦਾਰ ਹੈਰਾਨ ਰਹਿ ਗਏ। ਉਹ ਉਸ ਨੂੰ ਮਖੌਲ ਕਰਨ ਲੱਗੇ। ਆਖਰ ਇੱਕ ਦੇ ਮਨ ਵਿੱਚ ਦਇਆ ਆ ਗਈ। ਉਸ ਨੇ ਸ਼੍ਰੀ ਕ੍ਰਿਸ਼ਨ ਜੀ ਕੋਲ ਸੁਦਾਮੇ ਦਾ ਸੁਨੇਹਾ ਪਹੁੰਚਾ ਦਿੱਤਾ। ਸੁਦਾਮੇ ਦੀ ਇਹ ਗੱਲ ਸੁਣ ਕੇ ਪਹਿਰੇਦਾਰ ਹੈਰਾਨ ਰਹਿ ਜਾਂਦੇ ਹਨ ਕਿ ਇਹ ਗਰੀਬੜਾ ਜਿਹਾ ਸ਼੍ਰੀ ਕ੍ਰਿਸ਼ਨ ਜੀ ਦਾ ਦੋਸਤ ਹੈ। ਉਹ ਉਸ ਨੂੰ ਮਖੌਲ ਕਰਦੇ ਹਨ, ਮਜ਼ਾਕ ਕਰਦੇ ਹਨ, ਪਰ ਇੱਕ ਦੇ ਮਨ ਵਿੱਚ ਤਰਸ ਆ ਜਾਂਦਾ ਹੈ। ਉਹ ਉਸ ਦਾ ਸੁਨੇਹਾ ਲੈ ਕੇ ਸ਼੍ਰੀ ਕ੍ਰਿਸ਼ਨ ਜੀ ਕੋਲ ਜਾਂਦਾ ਹੈ। ਜਦੋਂ ਸ਼੍ਰੀ ਕ੍ਰਿਸ਼ਨ ਜੀ ਨੂੰ ਪਤਾ ਲੱਗਦਾ ਹੈ ਕਿ ਸੁਦਾਮਾ ਆਇਆ ਹੈ ਤਾਂ ਉਹ ਨੰਗੇ ਪੈਰੀ ਦੌੜ ਕੇ ਆਉਂਦੇ ਹਨ। ਉਹ ਸੁਦਾਮੇ ਨੂੰ ਆਦਰ ਸਹਿਤ ਆਪਣੇ ਅੰਦਰ ਲੈ ਕੇ ਜਾਂਦੇ ਹਨ ਤੇ ਉਸ ਨੂੰ ਆਪਣੇ ਆਸਣ 'ਤੇ ਬਿਠਾ ਕੇ ਉਸਦੇ ਪੈਰ ਧੋ ਪੀਣ ਲੱਗਦੇ ਹਨ। ਉਹਨਾਂ ਨੇ ਸੁਦਾਮੇ ਦੀ ਇੱਕ ਪੋਟਲੀ ਜਿਹੀ ਟਟੋਲੀ ਜਿਸ ਵਿੱਚ ਕੁਝ ਚੌਲ ਸਨ। ਉਹ ਚੌਲ ਫੱਕੇ ਮਾਰ ਖਾਣ ਲੱਗ ਪਏ। ਉਹਨਾਂ ਨੇ ਸੁਦਾਮੇ ਦੀ ਇੱਕ ਪੋਟਲੀ ਜਿਹੀ ਟਟੋਲੀ ਮਤਲਬ ਲੱਭੀ ਜਿਸ ਵਿੱਚ ਕਿ ਚੌਲ ਵੱਜੇ ਹੋਏ ਸਨ। ਉਹ ਉਹਨਾਂ ਚੌਲ ਨੂੰ ਫੱਕੇ ਮਾਰ ਕੇ ਖਾਣ ਲੱਗ ਪਏ। ਇਸੇ ਤਰ੍ਹਾਂ ਕਈ ਦਿਨ ਲੰਘ ਗਏ। ਆਖਰ ਇੱਕ ਦਿਨ ਸੁਦਾਮੇ ਨੇ ਵਾਪਸ ਜਾਣ ਦੀ ਆਗਿਆ ਮੰਗੀ, ਪਰੰਤੂ ਸੁਦਾਮਾ ਕ੍ਰਿਸ਼ਨ ਜੀ ਕੋਲੋਂ ਕੋਈ ਮਦਦ ਨਾ ਮੰਗ ਸਕਿਆ। ਉਹ ਰਸਤੇ ਵਿੱਚ ਆਉਂਦਾ ਸੋਚ ਰਿਹਾ ਸੀ ਕਿ ਉਸ ਨੇ ਮਦਦ ਕਿਉਂ ਨਾ ਮੰਗੀ, ਪਰੰਤੂ ਜਦੋਂ ਉਸ ਨੇ ਆਪਣੇ ਘਰ ਆ ਕੇ ਝੁੱਗੀ ਦੀ ਥਾਂ ਇੱਕ ਆਲੀਸ਼ਾਨ ਮਹੱਲ ਦੇਖਿਆ ਤਾਂ ਹੈਰਾਨ ਰਹਿ ਗਿਆ। ਪਰ ਜਦੋਂ ਸੁਦਾਮਾ ਆਪਣੇ ਘਰ ਵਾਪਸ ਆ ਕੇ ਦੇਖਦਾ ਹੈ ਤਾਂ ਉੱਥੇ ਇੱਕ ਸੁੰਦਰ ਮਹੱਲ ਬਣਿਆ ਦੇਖਦਾ ਹੈ ਤਾਂ ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਸੋ ਬੱਚਿਓ, ਇਹ ਸੀ ਕ੍ਰਿਸ਼ਨ ਸੁਦਾਮੇ ਦੀ ਦੋਸਤੀ। ਤੁਹਾਨੂੰ ਵੀ ਸ਼੍ਰੀ ਕ੍ਰਿਸ਼ਨ ਸੁਦਾਮੇ ਵਰਗੀ ਦੋਸਤੀ ਕਾਇਮ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਇਸ ਕਹਾਣੀ ਵਿੱਚ ਇਹ ਦੱਸਿਆ ਗਿਆ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਗਰੀਬ ਮਿੱਤਰ ਸੁਦਾਮੇ ਨੂੰ ਯਾਦ ਰੱਖਿਆ ਅਤੇ ਉਸ ਦੀ ਸਹਾਇਤਾ ਵੀ ਕੀਤੀ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਜਾਂ 2 ਸਤਰਾਂ ਵਿੱਚ ਲਿਖੋ। ਊੜਾ, ਸ਼੍ਰੀ ਕ੍ਰਿਸ਼ਨ ਜੀ ਵੱਡੇ ਹੋ ਕੇ ਕੀ ਬਣ ਗਏ? ਰਾਜਾ। ਸ਼੍ਰੀ ਕ੍ਰਿਸ਼ਨ ਜੀ ਵੱਡੇ ਹੋ ਕੇ ਰਾਜਾ ਬਣ ਗਏ। ਐੜਾ, ਸੁਦਾਮੇ ਦਾ ਪਰਿਵਾਰ ਕਿਉਂ ਦੁਖੀ ਸੀ? ਉੱਤਰ, ਗਰੀਬੀ ਕਾਰਨ। ਕਿਉਂ ਦੁਖੀ ਸੀ? ਗਰੀਬੀ ਕਾਰਨ। ਗਰੀਬੀ ਕਾਰਨ ਸੁਦਾਮੇ ਦਾ ਪਰਿਵਾਰ ਬੜਾ ਦੁਖੀ ਸੀ। ਈੜੀ, ਸੁਦਾਮਾ ਕ੍ਰਿਸ਼ਨ ਜੀ ਕੋਲੋਂ ਮਦਦ ਲੈਣ ਲਈ ਕਿਉਂ ਚੱਲ ਪਿਆ?
ਉੱਤਰ, ਆਪਣੇ ਬੱਚਿਆਂ ਨੂੰ ਭੁੱਖੇ ਮਰਦੇ ਵੇਖ ਕੇ ਸੁਦਾਮਾ ਸ਼੍ਰੀ ਕ੍ਰਿਸ਼ਨ ਜੀ ਕੋਲੋਂ ਮਦਦ ਲੈਣ ਲਈ ਚੱਲ ਪਿਆ। ਸੱਸਾ, ਮਹੱਲ ਦੇ ਬਾਹਰ ਕੌਣ ਪਹਿਰਾ ਦੇ ਰਹੇ ਸਨ? ਉੱਤਰ, ਮਹੱਲ ਦੇ ਬਾਹਰ ਪਹਿਰੇਦਾਰ ਪਹਿਰਾ ਦੇ ਰਹੇ ਸਨ। ਹਾਹਾ, ਸੁਦਾਮੇ ਨੇ ਪਹਿਰੇਦਾਰਾਂ ਨੂੰ ਕੀ ਕਿਹਾ? ਸੁਦਾਮੇ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਮੇਰੇ ਬਚਪਨ ਦੇ ਯਾਰ ਹਨ, ਮੈਂ ਉਹਨਾਂ ਨੂੰ ਮਿਲਣ ਲਈ ਆਇਆ ਹਾਂ। ਕੱਕਾ, ਸ਼੍ਰੀ ਕ੍ਰਿਸ਼ਨ ਜੀ ਨੂੰ ਸੁਦਾਮੇ ਦੇ ਆਉਣ ਦਾ ਸੁਨੇਹਾ ਕਿਸ ਨੇ ਪਹੁੰਚਾਇਆ? ਉੱਤਰ, ਪਹਿਰੇਦਾਰ ਨੇ। ਖੱਖਾ, ਸ਼੍ਰੀ ਕ੍ਰਿਸ਼ਨ ਜੀ ਨੇ ਸੁਦਾਮੇ ਦਾ ਕਿਸ ਤਰ੍ਹਾਂ ਸਤਿਕਾਰ ਕੀਤਾ? ਉੱਤਰ, ਸ਼੍ਰੀ ਕ੍ਰਿਸ਼ਨ ਜੀ ਸੁਦਾਮੇ ਨੂੰ ਆਦਰ ਸਹਿਤ ਅੰਦਰ ਲੈ ਗਏ ਅਤੇ ਉਸ ਨੂੰ ਆਪਣੇ ਆਸਣ 'ਤੇ ਬਿਠਾਇਆ ਤੇ ਉਸ ਦੇ ਪੈਰ ਧੋ ਧੋ ਪੀਣ ਲੱਗੇ। ਸੁਦਾਮੇ ਦੀ ਪੋਟਲੀ ਵਿੱਚ ਕੀ ਸੀ? ਸੁਦਾਮੇ ਦੀ ਪੋਟਲੀ ਵਿੱਚ ਕੁਝ ਚੌਲ ਸਨ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਹੁਣ ਅਸੀਂ ਇਹਨਾਂ ਸ਼ਬਦਾਂ ਦੇ ਵਾਕ ਬਣਾਵਾਂਗੇ। ਊੜਾ, ਦੋਸਤੀ। ਸ਼੍ਰੀ ਕ੍ਰਿਸ਼ਨ ਜੀ ਅਤੇ ਸੁਦਾਮੇ ਦੀ ਦੋਸਤੀ ਜੱਗ ਵਿੱਚ ਪ੍ਰਸਿੱਧ ਹੈ। ਐੜਾ, ਗਰੀਬ। ਸੁਦਾਮੇ ਦਾ ਪਰਿਵਾਰ ਗਰੀਬ ਸੀ। ਪਰਿਵਾਰ, ਸੁਦਾਮੇ ਦਾ ਪਰਿਵਾਰ ਗਰੀਬੀ ਵਿੱਚ ਦਿਨ ਕੱਟ ਰਿਹਾ ਸੀ। ਸੱਸਾ, ਮਦਦ। ਸਾਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਹਾਹਾ, ਪਹਿਰੇਦਾਰ। ਪਹਿਰੇਦਾਰ ਸੁਦਾਮੇ ਨੂੰ ਮਖੌਲ ਕਰਨ ਲੱਗੇ। ਕੱਕਾ, ਬਚਪਨ। ਬਚਪਨ ਜ਼ਿੰਦਗੀ ਦਾ ਸਭ ਤੋਂ ਅਨਮੋਲ ਹਿੱਸਾ ਹੁੰਦਾ ਹੈ। ਖੱਖਾ, ਮਖੌਲ। ਪਹਿਰੇਦਾਰ ਸੁਦਾਮੇ ਨੂੰ ਮਖੌਲ ਕਰਨ ਲੱਗੇ। ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਠੀਕ ਦਾ ਨਿਸ਼ਾਨ ਲਗਾਓ। ਸੁਦਾਮੇ ਦਾ ਪਰਿਵਾਰ ਕਿਉਂ ਦੁਖੀ ਸੀ? ਕਿਉਂ ਦੁਖੀ ਸੀ? ਬਿਮਾਰੀ ਕਾਰਨ, ਗਰੀਬੀ ਕਾਰਨ, ਅਮੀਰੀ ਕਾਰਨ ਜਾਂ ਲੜਾਈ ਕਾਰਨ? ਕਿਸ ਕਾਰਨ ਦੁਖੀ ਸੀ? ਗਰੀਬੀ ਕਾਰਨ। ਸ਼੍ਰੀ ਕ੍ਰਿਸ਼ਨ ਜੀ ਦੇ ਮਹੱਲ ਦੇ ਬਾਹਰ ਕੌਣ ਪਹਿਰਾ ਦੇ ਰਹੇ ਸਨ? ਮੰਤਰੀ, ਸੈਨਾਮੁਖੀ, ਪਹਿਰੇਦਾਰ ਜਾਂ ਫਿਰ ਆਮ ਲੋਕ? ਕੌਣ ਪਹਿਰਾ ਦੇ ਰਹੇ ਸਨ? ਪਹਿਰੇਦਾਰ। ਸੁਦਾਮੇ ਦੀ ਗੱਲ ਸੁਣ ਕੇ ਪਹਿਰੇਦਾਰ ਕੀ ਸੋਚਣ ਲੱਗੇ? ਹੈਰਾਨ ਹੋ ਗਏ, ਦੁਖੀ ਹੋ ਗਏ, ਗੁੱਸੇ ਹੋ ਗਏ ਜਾਂ ਫਿਰ ਖੁਸ਼ ਹੋ ਗਏ? ਸੁਦਾਮੇ ਦੀ ਗੱਲ ਸੁਣ ਕੇ ਪਹਿਰੇਦਾਰ ਹੈਰਾਨ ਹੋ ਗਏ। ਸ਼੍ਰੀ ਕ੍ਰਿਸ਼ਨ ਜੀ ਸੁਦਾਮੇ ਨੂੰ ਕਿਸ ਤਰ੍ਹਾਂ ਮਿਲਣ ਆਏ? ਪਾਲਕੀ ਵਿੱਚ, ਮੰਤਰੀਆਂ ਨਾਲ, ਨੰਗੇ ਪੈਰੀਂ ਦੌੜ ਕੇ ਜਾਂ ਫਿਰ ਰਾਜਿਆਂ ਨਾਲ? ਕਿਵੇਂ ਆਏ ਸੀ? ਨੰਗੇ ਪੈਰੀਂ ਦੌੜ ਕੇ। ਹਾਹਾ, ਸ਼੍ਰੀ ਕ੍ਰਿਸ਼ਨ ਜੀ ਨੇ ਸੁਦਾਮੇ ਨੂੰ ਕਿੱਥੇ ਬਿਠਾਇਆ? ਆਸਣ 'ਤੇ, ਆਪਣੇ ਆਸਣ 'ਤੇ, ਕੁਰਸੀ 'ਤੇ, ਚੌਂਕੀ 'ਤੇ ਜਾਂ ਫਿਰ ਦਰੀ 'ਤੇ? ਕਿੱਥੇ ਬਿਠਾਇਆ ਸੀ? ਆਪਣੇ ਆਸਣ 'ਤੇ। ਹੇਠ ਦਿੱਤੇ ਵਾਕਾਂ ਵਿੱਚ ਸਾਹਮਣੇ ਦਿੱਤੀ ਬ੍ਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਊੜਾ, ਸ਼੍ਰੀ ਕ੍ਰਿਸ਼ਨ ਤੇ ਸੁਦਾਮੇ ਦੀ ਦੋਸਤੀ ਡੈਸ਼ ਵਿੱਚ ਬੜੀ ਪ੍ਰਸਿੱਧ ਸੀ। ਇਲਾਕੇ ਵਿੱਚ ਜਾਂ ਫਿਰ ਜੱਗ ਵਿੱਚ? ਇਹਨਾਂ ਦੋਵਾਂ ਵਿੱਚੋਂ ਸਹੀ ਆਨਸਰ ਕੀ ਹੈ? ਜੱਗ। ਜੱਗ ਵਿੱਚ ਬੜੀ ਪ੍ਰਸਿੱਧ ਸੀ। ਇਸ ਫਿਲਮ ਵਿੱਚ ਕੀ ਫਿਲ ਕਰਾਂਗੇ? ਜੱਗ। ਡੈਸ਼ ਕਾਰਨ ਸੁਦਾਮੇ ਦਾ ਪਰਿਵਾਰ ਬੜਾ ਦੁਖੀ ਸੀ। ਕਿਸ ਕਾਰਨ? ਅਮੀਰੀ ਕਾਰਨ ਜਾਂ ਫਿਰ ਗਰੀਬੀ ਕਾਰਨ? ਕਿਉਂ ਦੁਖੀ ਸੀ ਸੁਦਾਮੇ ਦਾ ਪਰਿਵਾਰ? ਗਰੀਬੀ ਕਾਰਨ। ਮਹੱਲ ਦੇ ਬਾਹਰ ਡੈਸ਼ ਪਹਿਰੇਦਾਰ ਡੈਸ਼ ਦੇ ਰਹੇ ਸਨ। ਕੀ ਦੇ ਰਹੇ ਸਨ? ਪਹਿਰਾ ਦੇ ਰਹੇ ਸਨ ਜਾਂ ਫਿਰ ਪੈਸਾ? ਕੀ ਦੇ ਰਹੇ ਸਨ? ਪਹਿਰਾ ਦੇ ਰਹੇ ਸਨ। ਸੱਸਾ, ਸ਼੍ਰੀ ਕ੍ਰਿਸ਼ਨ ਜੀ ਮੇਰੇ ਡੈਸ਼ ਦੇ ਯਾਰ ਹਨ। ਦੂਰ ਦੇ ਜਾਂ ਫਿਰ ਬਚਪਨ ਦੇ? ਬਚਪਨ ਦੇ। ਸ਼੍ਰੀ ਕ੍ਰਿਸ਼ਨ ਜੀ ਮੇਰੇ ਬਚਪਨ ਦੇ ਯਾਰ ਹਨ। ਹਾਹਾ, ਆਖਰ ਇੱਕ ਦੇ ਮਨ ਵਿੱਚ ਦਇਆ ਆ ਗਈ। ਨਫ਼ਰਤ ਆ ਗਈ ਜਾਂ ਦਇਆ? ਇੱਕ ਪਹਿਰੇਦਾਰ ਦੇ ਮਨ ਵਿੱਚ ਕੀ ਆ ਗਈ? ਦਇਆ ਆ ਗਈ। ਕੱਕਾ, ਉਹ ਡੈਸ਼ ਫੱਕੇ ਮਾਰ ਮਾਰ ਕੇ ਖਾਣ ਲੱਗੇ। ਕਿਸ ਨੂੰ ਫੱਕੇ ਮਾਰ ਮਾਰ ਕੇ ਖਾਣ ਲੱਗੇ? ਚੌਲ ਜਾਂ ਫਿਰ ਬਦਾਮ? ਉਹ ਚੌਲ ਫੱਕੇ ਮਾਰ ਮਾਰ ਕੇ ਖਾਣ ਲੱਗੇ।
ਖੱਖਾ ਸੁਦਾਮੇ ਨੇ ਘਰ ਆ ਕੇ ਝੁੱਗੀ ਦੀ ਥਾਂ ਡੈਸ਼ ਮਹੱਲ ਦੇਖਿਆ। ਕਿੱਦਾਂ ਦਾ ਮਹੱਲ ਦੇਖਿਆ? ਛੋਟਾ ਜਾਂ ਫਿਰ ਆਲੀਸ਼ਾਨ? ਆਲੀਸ਼ਾਨ। ਹੇਠ ਲਿਖੇ ਸ਼ਬਦਾਂ ਦਾ ਉਹਨਾਂ ਦੇ ਸਹੀ ਅਰਥਾਂ ਨਾਲ ਮਿਲਾਨ ਕਰੋ। ਊੜਾ ਦੋਸਤੀ, ਦੋਸਤੀ ਦਾ ਮਤਲਬ ਮਿੱਤਰਤਾ, ਇਸ ਨੂੰ ਅਸੀਂ ਮਿੱਤਰਤਾ ਨਾਲ ਮਿਲਾਵਾਂਗੇ। ਐੜਾ ਪ੍ਰਸਿੱਧ, ਪ੍ਰਸਿੱਧ ਮਤਲਬ ਮਸ਼ਹੂਰ। ਮਦਦ ਮਤਲਬ ਸਹਾਇਤਾ, ਪਹੁੰਚ, ਪੁੱਜਣਾ। ਸੁਨੇਹਾ ਸੰਦੇਸ਼। ਮਖੌਲ ਕਰਨਾ ਮਜ਼ਾਕ ਕਰਨਾ। ਜਵਾਬ ਦੇਣਾ ਮਤਲਬ ਉੱਤਰ ਦੇਣਾ। ਆਦਰ ਸਤਿਕਾਰ। ਮਾਹੌਲ ਵਾਤਾਵਰਣ। ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ। ਪੁਲਿੰਗ ਤੋਂ ਇਸਤਰੀ ਲਿੰਗ। ਦਾਦਾ ਦਾਦੀ, ਘੋੜਾ ਘੋੜੀ, ਤੋਤਾ ਮੈਨਾ, ਗਿੱਦੜ ਗਿੱਦੜੀ, ਕਬੂਤਰ ਕਬੂਤਰੀ। ਤਾਇਆ ਤਾਈ, ਹਿਰਨ ਹਿਰਨੀ, ਊਂਠ ਊਂਠਣੀ, ਬਾਂਦਰ ਬਾਂਦਰੀ, ਰਿੱਛ ਰਿੱਛਣੀ। ਥੈਂਕ ਯੂ।